ਤੇਰੇ ਜਾਣ ਤੋਂ ਬਾਅਦ ਕਲਗੀਆਂ ਵਾਲੇ ਦੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਜਾਣ ਤੋਂ ਬਾਅਦ ਚ ਕੀ ਹੋਇਆ। ਕਲਗੀਆਂ ਵਾਲੇ ਛੱਡਣ ਤੋਂ ਪਹਿਲਾਂ ਸੀਸਗੰਜ ਸਾਹਿਬ ਨਮਸਕਾਰ ਕਰਨ ਜਾਂਦੇ ਹਨ। ਇਹ ਅਨੰਦਪੁਰ ਸਾਹਿਬ ਚ ਸਭ ਤੋਂ ਇੰਪੋਰਟੈਂਟ ਜਗ੍ਹਾ ਸੀ। ਕਲਗੀਧਰ ਜੀ ਗੁਰਬਖਸ਼ ਦਾਸ ਉਦਾਸੀ ਜੀ ਨੂੰ ਇਹ ਸੇਵਾ ਦਿੰਦੇ ਹਨ ਕਿ ਤੁਸੀਂ ਇੱਥੇ ਜੋਤ ਜਗਦੀ ਰੱਖਣੀ, ਇੱਥੇ ਦੀ ਸੇਵਾ ਕਰਨੀ, ਧੂਪ ਬੱਤੀ ਕਰਦੇ ਰਹਿਣਾ। ਇਤਿਹਾਸ ਨੇ ਉਹਨਾਂ ਨੂੰ ਗੁਰਬਖਸ਼ ਰਾਏ ਉਦਾਸੀ ਵੀ ਲਿਖਿਆ ਹੈ, ਗੁਰਬਖਸ਼ ਦਾਸ ਉਦਾਸੀ ਵੀ ਲਿਖਿਆ ਹੈ। ਜਿਸ ਸਥਾਨ ਤੇ ਅਸੀਂ ਖੜੇ ਹਾਂ ਇਹ ਅਨੰਦਪੁਰ ਸਾਹਿਬ ਤੋਂ ਤਕਰੀਬਨ 7-8 ਕਿਲੋਮੀਟਰ ਦੂਰ ਹੈ। ਹੋਇਆ ਕਿ ਗੁਰੂ ਸਾਹਿਬ ਜੀ ਛੱਡ ਕੇ ਚਲੇ ਗਏ। ਉਸ ਤੋਂ ਬਾਅਦ ਚ ਪਹਾੜੀ ਰਾਜੇ ਤੇ ਮੁਗਲ ਫੌਜਾਂ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ। ਚਮਕੌਰ ਦੀ ਜੰਗ ਤੋਂ ਵਿਹਲੇ ਹੋ ਕੇ ਅਜਮੇਰ ਚੰਦ ਵੀ ਵਾਪਸ ਆ ਗਿਆ। ਹਰ ਤਰ੍ਹਾਂ ਦੇ ਕਿਲਿਆਂ ਦੀਆਂ ਉਹਨਾਂ ਨੇ ਤਾਕੀਆਂ, ਦਰਵਾਜ਼ੇ, ਗਾਡਰ ਉਧੇੜਨੇ ਸ਼ੁਰੂ ਕਰ ਦਿੱਤੇ, ਖੰਡਰ ਖੜੇ ਰਹਿਣ ਦਿੱਤੇ। ਅਨੰਦਪੁਰ ਸਾਹਿਬ ਵਿੱਚ ਕੋਈ ਵੀ ਕੀਮਤੀ ਚੀਜ਼ ਨਹੀਂ ਰਹਿਣ ਦਿੱਤੀ। ਬਾਗ ਬਗੀਚੇ ਵੀਰਾਨ ਕਰ ਦਿੱਤੇ ਕਿ ਕਿਤੇ ਕਲਗੀਧਰ ਜੀ ਇੱਥੇ ਵਾਪਸ ਨਾ ਆ ਜਾਣ। ਇੱਕ ਫੌਜੀ ਟੁਕੜੀ ਨੂੰ ਇੱਥੇ ਛੱਡ ਦਿੱਤਾ ਜਿਹੜੀ ਇੱਥੇ ਆਪਣੀਆਂ ਮਨ ਮਰਜ਼ੀਆਂ ਕਰਨ ਲੱਗ ਪਈ, ਇਆਸ਼ੀਆਂ ਕਰਨ ਲੱਗ ਪਈ। ਪਰ ਇਹ ਸਾਰਾ ਕੁਝ ਹੁੰਦੇ ਹੋਏ ਵੀ ਗੁਰਬਖਸ਼ ਦਾਸ ਉਦਾਸੀ ਜੀ ਸੀਸਗੰਜ ਸਾਹਿਬ ਸੇਵਾ ਕਰਦੇ ਰਹੇ। ਇੱਕ ਬੇਸ਼ਕੀਮਤੀ ਪਲੰਗ ਜਿਹੜਾ ਕਲਗੀਧਰ ਜੀ ਨੂੰ ਪੀਰ ਬੁੱਧੂ ਸ਼ਾਹ ਜੀ ਨੇ ਭੇਟ ਕੀਤਾ ਸੀ, ਉਹ ਰੋਹਤਕ ਹਰਿਆਣੇ ਦਾ ਇੱਕ ਮੁਗਲ ਕਵਾਮ ਉਲ ਹੱਕ ਇੱਥੋਂ ਚੁੱਕ ਕੇ ਲੈ ਗਿਆ ਆਪਣੇ ਘਰ। ਪਰ ਉਸ ਪਲੰਗ ਦੇ ਉੱਤੇ ਕੋਈ ਵੀ ਸੁੱਖ ਦੀ ਨੀਂਦ ਨਹੀਂ ਸੌਂ ਸਕਿਆ। ਜਿਸ ਨੇ ਵੀ ਸੌਣ ਦੀ ਕੋਸ਼ਿਸ਼ ਕੀਤੀ ਜਾਂ ਤਾਂ ਥੋੜੇ ਦਿਨਾਂ ਦੇ ਵਿੱਚ ਹੀ ਚੱਲ ਵਸਿਆ ਜਾਂ ਉਹ ਬਿਮਾਰ ਪੈ ਗਿਆ। ਹੌਲੀ ਹੌਲੀ ਉਹ ਪਲੰਗ ਜੋਧਪੁਰ ਪਹੁੰਚ ਗਿਆ, ਜਿੱਥੇ ਆਪ ਜੀ ਨੂੰ ਵੀਡੀਓ ਵੀ ਦਰਸ਼ਨ ਕਰਾਏ ਸੀਗੇ। ਗੁਰਦੁਆਰਾ ਸਿੰਘ ਸਭਾ ਜੋਧਪੁਰ ਵਿੱਚ ਅੱਜ ਵੀ ਉਹ ਪਲੰਗ ਉੱਥੇ ਪਿਆ ਹੋਇਆ ਹੈ। ਹੁਣ ਇਹ ਹੱਸਦੀ ਵਸਦੀ ਅਨੰਦਪੁਰੀ ਉੱਜੜ ਚੁੱਕੀ ਹੈ। ਬਾਬਾ ਬੰਦਾ ਸਿੰਘ ਬਹਾਦਰ 1710 ਦੇ ਅਖੀਰ ਵਿੱਚ ਕੀਰਤਪੁਰ ਸਾਹਿਬ ਆਏ, ਅਨੰਦਪੁਰ ਸਾਹਿਬ ਆਏ, ਗੁਰਬਖਸ਼ ਦਾਸ ਉਦਾਸੀ ਨੂੰ ਮਿਲੇ, ਬੜਾ ਸਤਿਕਾਰ ਦਿੱਤਾ, ਬੜਾ ਸਨਮਾਨ ਦਿੱਤਾ। 3 ਕੁ ਦਿਨ ਇਤਿਹਾਸ ਦੱਸਦਾ ਹੈ ਕਿ ਬਾਬਾ ਜੀ ਇੱਥੇ ਰਹੇ। ਉਸ ਤੋਂ ਬਾਅਦ ਚ ਵਾਪਸ ਕੀਰਤਪੁਰ ਸਾਹਿਬ ਆਣ ਕੇ ਔਰ ਇੱਥੋਂ ਫਿਰ ਅਜਮੇਰ ਚੰਦ ਨੂੰ ਬਿਲਾਸਪੁਰੀਏ ਨੂੰ ਲਲਕਾਰਿਆ ਸੀਗਾ। ਉਹ ਇਤਿਹਾਸ ਅਲੱਗ ਹੈ, ਫੇਰ ਕਦੇ ਸਾਂਝ ਪਾਵਾਂਗੇ। ਹੁਣ ਸੰਗਤ ਜੀ ਇੱਕ ਪੱਖ ਹੋਰ ਬਹੁਤ ਅਹਿਮ ਹੈ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਹਨ ਸੂਰਜਮਲ ਜੀ। ਉਹਨਾਂ ਦੇ ਅੱਗੇ ਪੁੱਤਰ ਹਨ ਦੀਪ ਚੰਦ ਤੇ ਨੰਦ ਚੰਦ। ਨੰਦ ਚੰਦ ਦਾ ਬਹੁਤਾ ਪਤਾ ਨਹੀਂ ਲੱਗਦਾ, ਪਰ ਜਿਹੜੇ ਦੀਪ ਚੰਦ ਸੀ ਉਹਨਾਂ ਦੇ 2 ਪੁੱਤਰ ਗੁਲਾਬ ਰਾਏ ਤੇ ਸ਼ਿਆਮ ਚੰਦ ਸਨ, ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਭਤੀਜੇ ਲੱਗਦੇ ਸਨ। ਉਮਰ ਵਿੱਚ ਤਕਰੀਬਨ ਹਾਣੀ ਸਨ ਔਰ ਉਹਨਾਂ ਨੇ ਅੰਮ੍ਰਿਤ ਛਕ ਕੇ ਗੁਲਾਬ ਸਿੰਘ ਤੇ ਅੰਮ੍ਰਿਤ ਛਕ ਕੇ ਸ਼ਿਆਮ ਸਿੰਘ ਸੱਜ ਗਏ ਸਨ। ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਉਦੋਂ ਆਪਣੇ ਪਰਿਵਾਰਾਂ ਸਮੇਤ ਨਾਹਨ ਚਲੇ ਗਏ ਸਨ। ਕਲਗੀਧਰ ਜੀ ਨੇ ਉਦੋਂ ਚਿੱਠੀ ਲਿਖ ਕੇ ਦਿੱਤੀ ਸੀ, ਇਹਨਾਂ ਨੂੰ ਮਾਇਆ ਵੀ ਦਿੱਤੀ। ਤਾਂ ਇਹ ਨਾਹਨ ਦੇ ਕੋਲ ਇੱਕ ਪਿੰਡ ਗਿਰਵੀ ਜਿਹੜਾ ਸੀ ਉਹ ਇਹਨਾਂ ਨੂੰ ਉੱਥੋਂ ਦੇ ਰਾਜੇ ਨੇ ਦੇ ਦਿੱਤਾ ਸੀ। ਉੱਥੇ ਰਹਿੰਦੇ ਰਹੇ। ਇਹ 1711 ਦੇ ਵਿੱਚ ਵਾਪਸ ਆਉਂਦੇ ਹਨ, ਅਜਮੇਰ ਚੰਦ ਤੱਕ ਪਹੁੰਚ ਕਰਦੇ ਹਨ। ਉਸ ਨੂੰ ਦੁਬਾਰਾ ਮਾਇਆ ਦੇ ਕੇ 60 ਕੁਮਾਂ ਤਕਰੀਬਨ 60 ਕਿੱਲੇ ਜ਼ਮੀਨ ਅਨੰਦਪੁਰ ਸਾਹਿਬ ਦੀ ਖਰੀਦ ਕੇ ਅਨੰਦਪੁਰ ਸਾਹਿਬ ਦੇ ਮਾਲਕ ਬਣ ਜਾਂਦੇ ਹਨ। ਇੱਥੋਂ ਤੱਕ ਤੇ ਸਭ ਕੁਝ ਠੀਕ ਸੀ। ਪਰ ਹੁਣ ਕੀ ਹੁੰਦਾ ਹੈ, ਜਿਹੜਾ ਗੁਲਾਬ ਸਿੰਘ ਸੀਗਾ ਉਹ ਕਿਉਂਕਿ ਸੋਢੀ ਖਾਨਦਾਨ ਚੋਂ ਹੀ ਹੈ, ਕਲਗੀਧਰ ਜੀ ਦਾ ਭਤੀਜਾ ਲੱਗਦਾ ਹੈ, ਉਹਨੇ ਵੀ ਕਲਗੀ ਲਾਉਣੀ ਸ਼ੁਰੂ ਕਰ ਦਿੱਤੀ। ਉਹ ਵੀ ਦੀਵਾਨ ਲਗਾ ਕੇ ਬੈਠਣ ਲੱਗ ਪਿਆ। ਸੰਗਤਾਂ ਉਹਨੂੰ ਵੀ ਮੱਥੇ ਟੇਕਣ ਲੱਗ ਪਈਆਂ। ਕਲਗੀਧਰ ਜੀ ਵਾਂਗੂ ਕਮਾਨ ਤੇ ਤੀਰ ਪਾ ਕੇ ਰੱਖਦਾ ਹੈ ਤੇ ਗੁਰੂ ਸਾਹਿਬ ਵਾਂਗ ਹੀ ਦਰਬਾਰ ਲਗਾਉਂਦਾ ਹੁੰਦਾ ਸੀ। ਹੱਦ ਉਸ ਦਿਨ ਹੋ ਗਈ ਜਿਸ ਦਿਨ ਫਿਰ ਇਹ ਸੀਸਗੰਜ ਸਾਹਿਬ ਵਾਲੇ ਸਥਾਨ ਤੇ ਹੀ ਆ ਕੇ ਬੈਠ ਗਿਆ। ਮੰਜੀ ਲਗਾ ਕੇ ਸੰਗਤ ਕੋਲੋਂ ਮੱਥੇ ਟਿਕਾਉਣ ਲੱਗਾ। ਇਹ ਗੱਲ ਗੁਰਬਖਸ਼ ਦਾਸ ਉਦਾਸੀ ਜੀ ਕੋਲੋਂ ਝੱਲ ਨਹੀਂ ਹੋਈ। ਉਹਨਾਂ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਠੀਕ ਨਹੀਂ ਹੈ, ਪਰ ਗੁਲਾਬ ਰਾਏ ਨੂੰ ਉਸ ਵੇਲੇ ਗੁੱਸਾ ਆ ਗਿਆ। ਉਸ ਨੇ ਕਿਹਾ, ਮੈਂ ਸੋਢੀ ਖਾਨਦਾਨ ਦਾ ਹਾਂ, ਤੂੰ ਤੇ ਸਾਡਾ ਨੌਕਰ ਹੈ, ਤੇਰੀ ਹਿੰਮਤ ਕਿੱਦਾਂ ਪਈ ਮੈਨੂੰ ਇਸ ਤਰ੍ਹਾਂ ਰੋਕਣ ਦੀ? ਜਾ ਇੱਥੋਂ ਚਲਿਆ ਜਾ, ਤੇਰੇ ਇੱਥੇ ਲੋੜ ਨਹੀਂ ਹੈ। ਗੁਰਬਖਸ਼ ਦਾਸ ਉਦਾਸੀ ਕਹਿੰਦੇ, ਮੈਨੂੰ ਕਲਗੀਧਰ ਜੀ ਇਹ ਸੇਵਾ ਸੌਂਪ ਕੇ ਗਏ ਹਨ, ਮੈਂ ਇੱਥੋਂ ਨਹੀਂ ਜਾਵਾਂਗਾ। ਉਸ ਵੇਲੇ ਗੁਲਾਬ ਸਿੰਘ ਨੇ ਆਪਣੇ 4 ਪੁੱਤਰਾਂ ਨੂੰ ਕਹਿ ਕੇ ਗੁਰਬਖਸ਼ ਦਾਸ ਉਦਾਸੀ ਜੀ ਨੂੰ ਧੱਕੇ ਮਰਵਾ ਕੇ ਉੱਥੋਂ ਕੱਢ ਦਿੱਤਾ। ਉਹਨਾਂ ਦੇ ਕੇਸਾਂ ਦੀ ਬੇਅਦਬੀ, ਉਹਨਾਂ ਦੇ ਸਰੀਰ ਦੀ ਬੇਅਦਬੀ ਕੀਤੀ ਗਈ। ਦੁਖੀ ਹੋਏ ਸਾਧੂ ਦੇ ਮੂੰਹੋਂ ਇਹ ਬਚਨ ਨਿਕਲ ਗਏ ਕਿ ਤੁਹਾਡੇ ਬਾਪ ਦੀ ਔਲਾਦ ਨਹੀਂ ਰਹੇਗੀ। ਮਤਲਬ
ਕਿ ਗੁਲਾਬ ਸਿੰਘ ਤੇਰੀ ਔਲਾਦ ਨਹੀਂ ਬਚੇਗੀ। ਹੁਣ ਗੁਲਾਬ ਸਿੰਘ ਅੱਗੋਂ ਕਹਿੰਦੇ ਹਨ ਤੇਰਾ ਵੀ ਕੋਈ ਨਹੀਂ ਰਹੇਗਾ। ਗੁਰਬਖਸ਼ ਦਾਸ ਉਦਾਸੀ ਜੀ ਕਹਿੰਦੇ ਮੇਰਾ ਤੇ ਭਾਵੇਂ ਕੋਈ ਧੂਣਾ ਫੋਲਣ ਵਾਲਾ ਰਹਿ ਜਾਵੇਗਾ, ਤੇਰਾ ਨਹੀਂ ਰਹੇਗਾ। ਕੁਛ ਹੀ ਦਿਨਾਂ ਦੇ ਵਿੱਚ ਗੁਲਾਬ ਸਿੰਘ ਦੇ 4 ਪੁੱਤਰ, ਨੂੰਹਾਂ, ਇਹਨਾਂ ਦੇ ਅੱਗੇ ਪੋਤਰੇ, ਇਹ ਸਾਰੇ ਹੀ ਚੜ੍ਹਾਈ ਕਰ ਗਏ। ਸਿਰਫ ਆਪ ਗੁਲਾਬ ਸਿੰਘ ਤੇ ਉਹਦੀ ਪਤਨੀ ਰਹਿ ਗਏ ਪਰਿਵਾਰ ਦੇ ਵਿੱਚੋਂ। ਅੱਜ ਜਿਹੜਾ ਸੋਢੀ ਖਾਨਦਾਨ ਆਨੰਦਪੁਰ ਸਾਹਿਬ 'ਚ ਤੁਸੀਂ ਦੇਖਦੇ ਹੋ, ਇਹ ਉਹਨਾਂ ਦੇ ਭਰਾ ਸ਼ਿਆਮ ਸਿੰਘ ਦੇ ਅੱਗੇ ਵੰਸ਼ਜ ਹਨ। ਇਹ ਗੁਲਾਬ ਰਾਏ ਮੁੜ ਕੇ ਨੀਮ ਪਾਗਲਾਂ ਦੀ ਹਾਲਤ ਵਾਂਗ ਹੋ ਗਿਆ ਔਰ ਫਿਰ ਇਹ ਹੌਲੀ ਹੌਲੀ ਕੀਰਤਪੁਰ ਸਾਹਿਬ ਚਲਾ ਗਿਆ ਔਰ ਉੱਥੇ ਹੀ ਚੜ੍ਹਾਈ ਕਰ ਗਿਆ। ਭਾਈ ਸੁਰਿੰਦਰ ਸਿੰਘ ਖਜੂਰਲਾ ਆਪਣੀ ਪੁਸਤਕ ਪੋਹ ਦੀਆਂ ਰਾਤਾਂ ਵਿੱਚ ਲਿਖਦੇ ਹਨ ਕਿ ਜਦੋਂ ਧੱਕੇ ਮਾਰ ਕੇ ਭਾਈ ਗੁਰਬਖਸ਼ ਦਾਸ ਉਦਾਸੀ ਨੂੰ ਕੱਢਿਆ ਗਿਆ, ਉਹ ਪਹਿਲਾਂ ਕੀਰਤਪੁਰ ਸਾਹਿਬ ਗਏ, ਫਿਰ ਉਹਨਾਂ ਸੋਚਿਆ ਸਾਨੂੰ ਇਹਨਾਂ ਇੱਥੇ ਵੀ ਨਹੀਂ ਰਹਿਣ ਦੇਣਾ। ਉੱਥੋਂ ਫਿਰ ਉਹ ਬਲੌਲੀ ਪਿੰਡ ਚਲੇ ਗਏ ਤੇ ਬਲੌਲੀ ਪਿੰਡ ਇੱਕ 6ਵੇਂ ਪਾਤਸ਼ਾਹ ਤੇ 7ਵੇਂ ਪਾਤਸ਼ਾਹ ਉੱਥੇ ਆਏ ਸੀ। ਉੱਥੇ ਇੱਕ ਥੜਾ ਸਾਹਿਬ ਸੀ, ਉੱਥੇ ਬੈਠ ਕੇ ਜਾਰੋ ਜਾਰ ਰੋਣ ਲੱਗੇ। ਆਪਣਾ ਦਿਲ ਉਹਨਾਂ ਨੇ ਉੱਥੇ ਰੋ ਕੇ ਹੌਲਾ ਕੀਤਾ, ਅਰਦਾਸਾਂ ਬੇਨਤੀਆਂ ਕੀਤੀਆਂ, ਉੱਥੇ ਹੀ ਆਪਣਾ ਡੇਰਾ ਲਾ ਲਿਆ। ਉਸੇ ਥੜਾ ਸਾਹਿਬ ਦੀ ਸੇਵਾ ਸਫਾਈ ਕਰਨ ਲੱਗ ਪਏ, ਉੱਥੇ ਧੂਪ ਬੱਤੀ ਕਰਨ ਲੱਗ ਪਏ। ਸੰਗਤ ਜੀ, ਜਿਸ ਥਾਂ ਤੇ ਅਸੀਂ ਖੜੇ ਹਾਂ ਇਹ ਪਿੰਡ ਹੈ ਰਾਏਪੁਰ ਸਾਹਨੀ। ਆਨੰਦਪੁਰ ਸਾਹਿਬ ਤੋਂ ਤੁਸੀਂ ਕੀਰਤਪੁਰ ਸਾਹਿਬ ਵੱਲ ਨੂੰ ਆਉਂਦੇ ਹੋ, ਖੱਬੇ ਹੱਥ ਕੋਟਲਾ ਪਾਵਰ ਪਲਾਂਟ ਵੱਲ ਨੂੰ ਸੜਕ ਮੁੜਦੀ ਹੈ। ਪਹਿਲੀ ਨਹਿਰ ਟੱਪ ਕੇ ਕੋਟਲਾ ਰੈਸਟ ਹਾਊਸ ਦੇ ਲਾਗੋਂ ਦੀ ਹੋ ਕੇ ਦੂਜੀ ਨਹਿਰ ਲੰਘ ਕੇ ਤਕਰੀਬਨ 1 ਕਿਲੋਮੀਟਰ ਅੱਗੇ ਇਹ ਪਿੰਡ ਹੈ ਰਾਏਪੁਰ ਸਾਹਨੀ, ਜਿੱਥੇ ਇਹ ਸਥਾਨ ਹੈ। ਇਸ ਦੀ ਗੱਲ ਬਾਅਦ ਵਿੱਚ ਕਰਦੇ ਹਾਂ, ਪਹਿਲਾਂ ਗੱਲ ਕਰੀਏ ਬਲੌਲੀ ਦੀ। ਦਾਸ ਹੁਣੇ ਉੱਥੇ ਦਰਸ਼ਨ ਕਰਕੇ ਆਇਆ। ਤਕਰੀਬਨ ਇੱਥੋਂ 1 ਕਿਲੋਮੀਟਰ 1.5 ਕਿਲੋਮੀਟਰ ਹੋਏਗਾ। ਖੱਡ ਦੇ ਵਿੱਚੋਂ ਨਿਕਲ ਕੇ ਅੱਗੇ ਜਾਣਾ ਪੈਂਦਾ ਹੈ। ਉਸ ਸਥਾਨ ਦੇ ਉੱਤੇ ਆਣ ਕੇ ਥੜੇ ਤੇ ਬਾਬਾ ਗੁਰਬਖਸ਼ ਦਾਸ ਉਦਾਸੀ ਬੈਠ ਗਏ। ਉੱਥੇ ਇੱਕ ਪੱਥਰਾਂ ਦੀ ਚੌਂਕੀ ਬਣਾ ਲਈ। ਉਹ ਚੌਂਕੀ ਦੇ ਪੱਥਰ ਅੱਜ ਵੀ ਉੱਥੇ ਪਏ ਹਨ, ਜਿਨ੍ਹਾਂ ਦੀ ਘਾੜਤ ਦੱਸਦੀ ਹੈ ਕਿ ਇਹਨਾਂ ਨੂੰ ਘੜ ਕੇ ਇੱਕ ਥਾਂ ਲਾਇਆ ਗਿਆ ਸੀ। ਉੱਥੇ ਭਾਈ ਧੰਨਾ ਸਿੰਘ ਜੀ ਜਦੋਂ 1934 ਵਿੱਚ ਆਏ, ਫੋਟੋ ਆਪ ਜੀ ਦੇ ਨਾਲ ਸਾਂਝੀ ਹੋ ਰਹੀ ਹੈ। ਉੱਥੇ ਇੱਕ ਕਿੱਕਰ ਦਾ ਦਰਖਤ ਹੈ, ਇੱਕ ਡਕੈਨਣ ਦਾ ਦਰਖਤ ਹੈ। ਕਿੱਕਰ ਦਾ ਦਰਖਤ ਬਹੁਤ ਵੱਡਾ ਹੈ, ਜਿਹੜਾ ਛੋਟਾ ਦਰਖਤ ਹੈ ਉਹ ਡਕੈਨਣ ਦਾ ਹੈ। ਉਹਦੇ ਥੱਲੇ ਹੀ ਉਹ ਥੜਾ ਸੀ। ਅੱਜ ਉੱਥੇ ਨਿਸ਼ਾਨ ਸਾਹਿਬ ਸੁਸ਼ੋਭਿਤ ਹਨ। ਗੁਰਦੁਆਰਾ ਸਾਹਿਬ ਨੂੰ ਜਿੰਦਰਾ ਲੱਗਾ ਹੋਇਆ ਸੀ, ਪਰ ਸਾਨੂੰ ਉੱਥੇ ਬਜ਼ੁਰਗਾਂ ਨੇ ਦੱਸਿਆ ਕਿ ਉਹ ਕਿੱਕਰ ਤੇ ਡਕੈਨਣ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਦੇਖੀ ਹੈ। ਉਹ ਚੌਂਕੀ ਵੀ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਦੇਖੀ ਹੈ। ਇਹ ਪੱਥਰ ਉਹੀ ਹਨ। ਕੁਝ ਪੱਥਰ ਉਹੀ ਨਿਸ਼ਾਨ ਸਾਹਿਬ ਦੇ ਥੜੇ ਵਿੱਚ ਲੱਗ ਗਏ ਹਨ। ਗੁਰਦੁਆਰਾ ਸਾਹਿਬ ਦੇ ਬਾਹਰ ਨਾਮ ਕੋਈ ਨਹੀਂ ਲਿਖਿਆ, ਪਰ ਉਹ ਇਤਿਹਾਸਕ ਸਥਾਨ ਹੈ, ਬਹੁਤ ਸਾਦਾ ਜਿਹਾ ਬਣਿਆ ਹੈ। ਔਰ ਉੱਥੇ 6ਵੇਂ ਪਾਤਸ਼ਾਹ ਆਏ ਹਨ, 7ਵੇਂ ਪਾਤਸ਼ਾਹ ਆਏ ਹਨ, ਗੁਰਬਖਸ਼ ਦਾਸ ਉਦਾਸੀ ਆਏ ਹਨ। ਕੁਝ ਮਹੀਨੇ ਉੱਥੇ ਰਹੇ। ਜਦੋਂ ਆਲੇ ਦੁਆਲਿਓਂ ਸੰਗਤ ਉਹਨਾਂ ਦੇ ਦਰਸ਼ਨ ਕਰਨ ਆਉਣ ਲੱਗ ਪਈ ਤਾਂ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਨੇ ਸਿਗਰਟਾਂ ਬੀੜੀਆਂ ਉੱਥੇ ਆ ਕੇ ਪੀਣੀਆਂ, ਮਾੜਾ ਚੰਗਾ ਬੋਲਣਾ। ਅਖੀਰ ਗੁਰਬਖਸ਼ ਦਾਸ ਉਦਾਸੀ ਜੀ ਉਹ ਪਿੰਡ ਛੱਡ ਕੇ ਫਿਰ ਇਸ ਥਾਂ ਤੇ ਆ ਗਏ ਔਰ ਇਹੀ ਬਾਬਾ ਜੀ ਦਾ ਅਖੀਰਲਾ ਟਿਕਾਣਾ ਬਣਿਆ। ਇੱਥੇ ਆਣ ਕੇ ਉਹਨਾਂ ਛਪਰੀ ਬਣਾ ਲਈ। ਹੌਲੀ ਹੌਲੀ ਉਹਨਾਂ ਦਾ ਜਸ ਇਲਾਕੇ ਵਿੱਚ ਫੈਲਣ ਲੱਗ ਪਿਆ। ਸੰਗਤਾਂ ਆਉਣ ਲੱਗ ਪਈਆਂ। ਇੱਕ ਤੋਂ ਵੱਧ ਹੋਰ ਛਪਰੀ ਪੈ ਗਈ। ਸੰਗਤਾਂ ਨੇ ਆਉਣਾ, ਲੰਗਰ ਛਕਣਾ। ਅਜਮੇਰ ਚੰਦ ਜਿਹੜਾ ਰਾਜਾ ਸੀ ਬਿਲਾਸਪੁਰ ਦਾ, ਗੁਰੂ ਸਾਹਿਬ ਨਾਲ ਈਰਖਾ ਤਾਂ ਕਰਦਾ ਰਿਹਾ। ਉਸ ਦਾ ਪੁੱਤਰ ਸੀ ਦੇਵੀ ਚੰਦ। ਦੇਵੀ ਚੰਦ ਰਾਜ ਤੇ ਬੈਠਾ ਹੈ। ਉਮਰ ਉਹਦੀ ਤਕਰੀਬਨ ਅਧਖੜ ਹੋ ਗਈ ਹੈ। ਘਰ ਵਿੱਚ ਔਲਾਦ ਨਹੀਂ ਹੈ। ਦੁਖੀ ਹੈ ਕਿ ਅੱਗੇ ਰਾਜ ਦਾ ਕੀ ਬਣੇਗਾ। ਗੁਰਬਖਸ਼ ਦਾਸ ਉਦਾਸੀ ਜੀ ਦੀ ਉਸਤਤ ਸੁਣ ਕੇ ਇੱਥੇ ਆ ਗਿਆ। ਢਹਿ ਪਿਆ ਚਰਨਾਂ ਦੇ ਵਿੱਚ ਕਿ ਪੁੱਤਰ ਦੀ ਦਾਤ ਬਖਸ਼ੋ। ਉਸ ਵੇਲੇ ਸਾਧੂਆਂ ਦਾ ਦਿਲ ਪਸੀਜ ਗਿਆ ਤੇ ਉਹਨਾਂ ਨੇ ਉਸ ਨੂੰ ਔਲਾਦ ਹੋਣ ਦਾ ਵਰ ਦਿੱਤਾ। ਦੇਵੀ ਚੰਦ ਕਹਿੰਦਾ ਹੈ ਕਿ ਤੁਸੀਂ ਕੁਝ ਲੈ ਲਓ ਡੇਰੇ ਵਾਸਤੇ। ਸਾਧੂ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ। ਉਹਨਾਂ ਨੇ ਕੁਝ ਨਾ ਲਿਆ। ਦੇਵੀ ਚੰਦ ਇੱਥੋਂ ਵਾਪਸ ਚਲਾ ਗਿਆ ਕੌਲਾਂ ਦੇ ਟੋਭੇ। ਬਾਬਾ ਜੀ ਨੇ ਤਾਂ ਕੁਝ ਨਾ ਲਿਆ, ਪਰ ਆਲੇ ਦੁਆਲੇ ਰਹਿਣ ਵਾਲੇ ਜਿਹੜੇ ਹੋਰ ਨਾਲ ਦੇ ਸਨ ਉਹ ਮਗਰ ਹੀ ਚਲੇ ਗਏ ਰਾਜੇ ਨੂੰ। ਕਹਿੰਦੇ ਸਾਧੂਆਂ ਨੇ ਕੁਝ ਨਹੀਂ ਲਿਆ, ਪਰ ਡੇਰੇ ਦੀਆਂ ਲੋੜਾਂ ਬਹੁਤ ਹਨ, ਤੂੰ ਕੁਛ ਨਾ ਕੁਛ ਦੇ। ਔਰ ਉਸ ਵੇਲੇ ਇਤਿਹਾਸ 'ਚ ਲਿਖਿਆ ਹੈ ਕਿ 117 ਘੁਮਾਂ ਜ਼ਮੀਨ ਜਿਹੜੀ ਸੀ ਉਹ ਡੇਰੇ ਦੇ ਨਾਮ ਲਗਾ ਦਿੱਤੀ ਗਈ। 117 ਘੁਮਾਂ ਦਾ ਮਤਲਬ 117 ਏਕੜ ਹੈ। ਬਾਬਾ ਜੀ ਖੁਸ਼ ਨਹੀਂ ਹੋਏ ਇਸ ਗੱਲ ਤੇ। ਚਲੋ
ਉਸ ਵੇਲੇ ਬਾਬਾ ਜੀ ਦੀ ਉਮਰ 100 ਕੁ ਸਾਲ ਦੇ ਕਰੀਬ ਸੀ। ਅਖੀਰ 120 ਕੁ ਸਾਲਾਂ ਦੀ ਉਮਰ ਭੋਗ ਕੇ ਇੱਕ ਦਿਨ ਬਾਬਾ ਜੀ ਅਚਾਨਕ ਅਕਾਲ ਚਲਾਣਾ ਕਰ ਗਏ। ਇੱਥੇ ਹੀ ਉਹਨਾਂ ਦਾ ਅੰਗੀਠਾ ਸਾਹਿਬ ਬਣਿਆ, ਉਹਨਾਂ ਦਾ ਸੰਸਕਾਰ ਹੋਇਆ ਔਰ ਉਸ ਤੋਂ ਬਾਅਦ ਇੱਥੇ ਹੀ ਇੱਕ ਗੁੰਬਦ ਬਣਾ ਕੇ ਛੋਟੀ ਜਿਹੀ ਬਿਲਡਿੰਗ ਬਣਾ ਦਿੱਤੀ ਗਈ। ਇਹ ਉਦਾਸੀਆਂ ਦਾ ਉਸ ਤੋਂ ਬਾਅਦ 'ਚ ਡੇਰਾ ਰਿਹਾ ਹੈ ਲੰਮੇ ਸਮੇਂ ਤੋਂ। ਅੱਜ SGPC ਦੇ ਕੋਲ ਇਸ ਦਾ ਪ੍ਰਬੰਧ ਹੈ। ਬਾਬਾ ਜੀ ਨੇ ਆਪ ਆਨੰਦ ਕਾਰਜ ਨਹੀਂ ਕਰਾਇਆ ਸੀ, ਪਰ ਉਹ 4 ਭਰਾ ਸਨ। ਦੂਜੇ ਭਰਾਵਾਂ ਦੇ ਵਿੱਚੋਂ ਉਹਨਾਂ ਦਾ ਵੰਸ਼ ਅੱਜ ਵੀ ਅਨੰਦਪੁਰ ਸਾਹਿਬ ਰਹਿੰਦਾ ਹੈ ਔਰ ਉਹਨਾਂ ਨੂੰ ਘੜਿਆਲੀਏ ਕਿਹਾ ਜਾਂਦਾ ਹੈ। ਉਹ ਘੜਿਆਲ ਵਜਾਉਣ ਦੀ ਸੇਵਾ ਕਰਦੇ ਸਨ। ਇਹ ਹੁਕਮ ਸੀਗਾ ਉਹ ਪਰਿਵਾਰ ਨੂੰ ਕਿ ਕਿਤੇ ਡੇਰੇ ਦੇ ਉੱਤੇ ਕਦੀ ਵੀ ਆਪਣਾ ਹੱਕ ਨਾ ਜਤਾਉਣ। ਉਹਨਾਂ ਨੂੰ ਮਨਾ ਕੀਤਾ ਗਿਆ ਸੀ ਡੇਰੇ ਨਾ ਆਉਣ। ਅੱਜ ਵੀ ਉਹ ਪਰਿਵਾਰ ਇੱਥੇ ਸ਼ਰਧਾ ਸਮੇਤ ਆਉਂਦੇ ਹਨ, ਗੁਰਦੁਆਰਾ ਸਾਹਿਬ ਦੀ ਪਰਿਕਰਮਾ ਕਰਦੇ ਹਨ ਔਰ ਉਸ ਤੋਂ ਬਾਅਦ 'ਚ ਉਹ ਚਲੇ ਜਾਂਦੇ ਹਨ, ਪਰ ਉਹ ਕਦੀ ਵੀ ਇੱਥੇ ਦਖਲ ਅੰਦਾਜ਼ੀ ਨਹੀਂ ਕੀਤੀ। ਅੱਜ ਵੀ ਉਸ ਹੁਕਮ ਨੂੰ ਉਹ ਪਰਿਵਾਰ ਨਿਭਾਉਂਦਾ ਹੈ। ਸੰਗਤ ਜੀ, ਬਹੁਤ ਸੰਖੇਪ ਵਿੱਚ ਆਪ ਜੀ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਈ ਸੁਰਿੰਦਰ ਸਿੰਘ ਖਜੂਰਲਾ ਹੁਣਾਂ ਨੇ ਪੁਸਤਕ ਪੋਹ ਦੀਆਂ ਰਾਤਾਂ ਵਿੱਚ ਬਹੁਤ ਡਿਟੇਲ ਇਤਿਹਾਸ ਸਾਰਾ ਲਿਖਿਆ ਹੈ। ਆਪ ਜੀ ਉਹ ਪੁਸਤਕ ਲੈਣੀ ਵੀ ਪੜ੍ਹਨੀ ਵੀ। ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਵਾਲੀ ਸੜਕ, ਕੋਟਲੇ ਵਾਲਾ ਪਾਵਰ ਪਲਾਂਟ, ਉੱਥੋਂ ਲੰਘ ਕੇ ਕਿਸੇ ਨੂੰ ਪੁੱਛ ਲੈਣਾ। ਰਾਏਪੁਰ ਸਾਹਨੀ, ਇਹ ਬਾਬਾ ਗੁਰਬਖਸ਼ ਦਾਸ ਉਦਾਸੀ ਜੀ ਦਾ ਅੱਜ ਵੀ ਸਥਾਨ ਬਹੁਤ ਸੋਹਣਾ ਤੇ ਰਮਣੀਕ ਹੈ। ਇੱਧਰ ਪਹਾੜੀਆਂ ਹਨ। ਕਲਗੀਧਰ ਜੀ ਕਿਰਪਾ ਕਰਨ, ਇਹ ਜਿਹੜੀ ਸੇਵਾ ਉਹਨਾਂ ਨੇ ਅਨੰਦਪੁਰ ਸਾਹਿਬ ਦੀ, ਧਰਤ ਅਨੰਦਪੁਰ ਦੀ ਲਈ, ਉਹ ਪ੍ਰਵਾਨ ਕਰਨ ਜੀ। ਹੋਈਆਂ ਅਨੇਕਾਂ ਭੁੱਲਾਂ ਦੀ ਮੁਆਫੀ। ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ YouTube ਤੇ ਸਬਸਕ੍ਰਾਈਬ ਜ਼ਰੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।